प्रधानमंत्री मोदी ने परीक्षा पे चर्चा दे विच विद्यार्थियों को दिते टिप्स। बोले, मां तो सीखो टाइम मैनेजमेंट, मेहनत दा नहीं कोई बदल, काम नूं ना समझो बोझ। सत श्री अकाल, स्वागत है। गौरव शुक्ला मैं हां तुहाडे नाल हाज़र हां। फर्क तां पैंदा है लैके जदों हाई कोर्ट कहे कि ड्रग दे मामले दे विच कार्रवाई करो, पंजाब दी सरकार नूं कहा जावे, फिर फर्क तां पैंदा है। शुरुआत अज करन जा रहे हैं हाई कोर्ट दे विच पंजाब ड्रग मामले दे विच एक सुनवाई हुई है। यह बड़ी खबर है क्योंकि सीलबंद रिपोर्टां ऑलरेडी कोर्ट दे कोल ने ते हाई कोर्ट ने 4 सीलबंद रिपोर्टां भी देखियां ने ते नाल ही सरकार नूं भी यह कहा गया कि सरकार भी सीलबंद रिपोर्टां दे उत्ते देखे और जो रिपोर्टां नूं देखण तो बाद कार्रवाई बनदी है वो कीती जावे। 2 रिपोर्टां ईडी ते एक रिपोर्ट एसटीएफ दी सी जो कोर्ट दे विच सी। एक रिपोर्ट भगौड़े मुलजमां दी सी। नवकिरण दी पटीशन दे उत्ते नवकिरण सिंह वकील जिहड़े हैगे ने उन्हां दी पटीशन दे उत्ते सरकार नूं नोटिस होया है। नवकिरण ने समगलरां अते पुलिस दे नैक्सस दी रिपोर्ट ओपन करन दी मंग रखी सी। हाई कोर्ट दे विच सुनवाई होई तां हाई कोर्ट ने रिपोर्ट्स देखियां ने ते दूजे पासे सीलबंद रिपोर्ट दे उत्ते सरकार नूं भी एक तरीके नाल आदेश दिते गए ने अदालत दे वल्लों कि तुसीं भी रिपोर्टां नूं देखो, पढ़ो ते उस तो बाद जो बनदी कार्रवाई है वो करो। दी प्रोसीडिंग्स कोर्ट ने मंगियां सी फर्स्ट पंजाब गवर्नमेंट दी एसटीएफ ड्रग्स दे कोलों ते उस तो बाद एसआईटी दे कोलों जिहड़ी कि कॉन्स्टिट्यूट कीती गई सी एक सैपरेट एफआईआर नूं लुक ओवर करन दे लई ते वो रिपोर्ट सील्ड कवर दे विच प्रेजेंट कीतियां गईयां सी फ्रॉम टाइम टू टाइम ड्यूरिंग 2017 एंड 2018 ਤੇ ਉਹ ਰਿਪੋਰਟਸ ਨੂੰ ਖੋਲਿਆ ਜਾਏ ਤੇ ਉਹਨਾਂ ਦੇ ਉੱਤੇ ਅਪਰੋਪਰੀਏਟ ਐਕਸ਼ਨ ਜਿਹੜਾ ਉਹ ਲਿਆ ਜਾਏ। ਸੋ ਫਾਈਨਲੀ ਅੱਜ ਕੋਰਟ ਦੀ ਪ੍ਰੋਸੀਡਿੰਗਸ ਦੇ ਦੌਰਾਨ ਉਹ ਸਾਰੀਆਂ ਰਿਪੋਰਟਸ ਜਿਹੜੀਆਂ ਕਿ ਰਜਿਸਟਰ ਜੁਡੀਸ਼ੀਅਲ ਦੇ ਕੋਲ ਸੀ ਉਹ ਮੰਗਾਈਆਂ ਗਈਆਂ ਤੇ ਜੱਜ ਸਾਹਿਬ ਨੇ ਜਿਹੜੇ ਬੈਂਚ ਸੀ ਉਹਨਾਂ ਨੇ 4 ਰਿਪੋਰਟਾਂ ਜਿਹੜੀਆਂ ਨੇ ਉਹ ਖੋਲੀਆਂ ਨੇ। ਸੋ ਇਹਨਾਂ ਰਿਪੋਰਟਾਂ ਨੂੰ ਖੋਲ੍ਹਣ ਤੋਂ ਬਾਅਦ ਉਹਨਾਂ ਨੇ ਡਾਇਰੈਕਸ਼ਨ ਦਿੱਤੀ ਹੈ ਕਿ ਵੀ ਇਹ ਸਾਰੀਆਂ ਰਿਪੋਰਟਾਂ ਦੀ ਫੋਟੋਕਾਪੀ ਤਿਆਰ ਕਰਕੇ ਸੀਲਡ ਕਵਰ ਵਿੱਚ ਹੀ ਸਰਕਾਰ ਨੂੰ ਦਿੱਤੀ ਜਾਏ ਤੇ ਅਗਰ ਸਰਕਾਰ ਮੁਨਾਸਿਬ ਸਮਝਦੀ ਹੈ ਤੇ ਉਹਨਾਂ ਤੇ ਐਕਸ਼ਨ ਲੈ ਕੇ ਸਟੇਟਸ ਰਿਪੋਰਟ ਤਾਂ ਪੁਲਿਸ ਨੂੰ ਕਿਹਾ ਗਿਆ, ਸਰਕਾਰ ਨੂੰ ਕਿਹਾ ਗਿਆ ਕਿ ਪੁਲਿਸ ਨੂੰ ਕਹੋ ਕਿ ਬਣਦੀ ਕਾਰਵਾਈ ਕੀਤੀ ਜਾਵੇ। ਸਿੱਧਾ ਰੁਕ ਕਰਦੇ ਹਾਂ, ਸਾਡੇ ਸਹਿਯੋਗੀ ਉਮੇਸ਼ ਸ਼ਰਮਾ ਇਸ ਸਮੇਂ ਚੰਡੀਗੜ੍ਹ ਤੋਂ ਸਾਡੇ ਨਾਲ ਨੇ। ਉਮੇਸ਼, ਜਾਣਨਾ ਚਾਹਾਂਗੇ ਕੀ ਕੁਝ ਅਦਾਲਤ ਦੇ ਵਿੱਚ ਹੋਇਆ, ਕੀ ਕੁਝ ਟਿੱਪਣੀਆਂ ਰਿਪੋਰਟਸ ਨੂੰ ਦੇਖਣ ਤੋਂ ਬਾਅਦ ਅਦਾਲਤ ਦੇ ਵੱਲੋਂ ਕੀਤੀਆਂ ਗਈਆਂ। देखो गौरव, जिदा कि पता ही है सारिਆਂ ਨੂੰ कि 2013 ਤੋਂ ਇਹ ਕੇਸ ਚੱਲਦਾ ਪਿਆ ਹੈ और ਵੱਖ-ਵੱਖ ਇਸ ਕੇਸ ਦੇ ਪੜਾਅ ਸੀਗੇ। ਲੇਕਿਨ ਜੇ ਅੱਜ ਦੀ ਗੱਲ ਕਰੀਏ, ਅੱਜ ਕੁਝ ਰਿਪੋਰਟਾਂ ਖੁੱਲੀਆਂ ਨੇ और ਜਿੱਦਾਂ ਗੁਰਮਿੰਦਰ ਗੈਰੀ, ਕਿਉਂਕਿ ਇਹ ਸ਼ਸ਼ੀਕਾਂਤ ਜਿਹੜੇ ਸਾਬਕਾ ਡੀਜੀਪੀ ਸੀਗੇ ਜਿਨ੍ਹਾਂ ਦੀ ਇੱਕ ਚਿੱਠੀ ਤੇ ਕੋਰਟ ਨੇ ਸੂਓ ਮੋਟੋ ਲੈ ਕੇ ਕੇਸ ਸ਼ੁਰੂ ਕੀਤਾ ਸੀ ਤੇ ਗੱਲ ਹੈ ਰਿਪੋਰਟਾਂ ਦੀ। ਜਿਹੜੀ 4 ਰਿਪੋਰਟਾਂ ਦੀ ਗੱਲ ਕੀਤੀ ਹੈ ਕਿ ਉਹ ਸਰਕਾਰ ਨੂੰ ਦਿੱਤੀ ਜਾਣ ਜਿੱਦਾਂ ਦੱਸ ਰਹੇ ਸੀਗੇ ਔਰ ਉਸ ਰਿਪੋਰਟਾਂ ਦੇ ਆਧਾਰ ਤੇ ਜੇ ਸਰਕਾਰ ਨੂੰ ਲੱਗੇ ਬਣਦੀ ਕਾਰਵਾਈ ਕੀਤੀ ਜਾਵੇ, ਨੈਸੈਸਰੀ ਐਕਸ਼ਨ ਸਰਕਾਰ ਲੈ ਸਕਦੀ ਹੈ, ਇਹ ਕੋਰਟ ਵੱਲੋਂ ਕਿਹਾ ਗਿਆ। ਹੁਣ ਗੱਲ ਆਉਂਦੀ ਹੈ ਨਵਕਿਰਨ ਸਿੰਘ ਉਹਨਾਂ ਵੱਲੋਂ ਜਿਹੜੀ ਐਪਲੀਕੇਸ਼ਨ ਦਿੱਤੀ ਗਈ ਸੀ, ਕਾਫੀ ਪਹਿਲਾਂ ਦਿੱਤੀ ਗਈ ਸੀ ਕਿ ਜਿਹੜੀ ਡੀਜੀਪੀ ਸਾਬਕਾ ਡੀਜੀਪੀ ਚਟੋਪਾਧਿਆਏ ਦੀ ਜਿਹੜੀ ਐਸਆਈਟੀ ਬਣਾਈ ਗਈ ਸੀਗੀ ਪੁਲਿਸ ਤੇ ਡਰੱਗ ਸਮਗਲਰ ਦੇ ਨੈਕਸਸ ਵਾਲੀ, ਉਹ ਰਿਪੋਰਟ ਖੋਲੀ ਜਾਵੇ। ਕਿਉਂਕਿ ਤੁਹਾਨੂੰ ਯਾਦ ਹੋਣਾ ਗੌਰਵ, ਇੰਸਪੈਕਟਰ ਇੰਦਰਜੀਤ ਸਿੰਘ ਫੜੇ ਗਏ ਸੀਗੇ ਕਾਫੀ ਸਾਲ ਪਹਿਲਾਂ ਡਰੱਗਸ ਦੇ ਨਾਲ ਤੇ ਆਰਮਸ ਦੇ ਨਾਲ। ਉਹਦੇ ਬਾਅਦ ਨਾਮ ਆਇਆ ਰਾਜਜੀਤ ਸਿੰਘ ਜਿਹੜੇ ਆਈਪੀਐਸ ਨੇ, ਮੋਗਾ ਦੇ ਐਸਐਸਪੀ ਸੀਗੇ, ਉਹਨਾਂ ਦਾ ਨਾਮ ਆਇਆ। ਤਾਂ ਰਾਜਜੀਤ ਨੇ ਚਿੱਠੀ ਲਿਖਤੀ ਸੀ ਕਿ ਜਿਹੜੀ ਹਰਪ੍ਰੀਤ ਸਿੱਧੂ ਵਾਲੀ ਕਮੇਡ ਐਸਟੀਐਫ ਹੈ ਉਹ ਜਾਂਚ ਨਾ ਕੀਤੀ ਜਾਵੇ ਕਿਉਂਕਿ ਉਹ ਕਿਤੇ ਨਾ ਕਿਤੇ ਨੂੰ ਫਸਾ ਸਕਦੇ ਨੇ। ਤਾਂ ਵੱਖ-ਵੱਖ ਜਿਹੜੀ ਐਸਆਈਟੀਆਂ ਸੀਗੀਆਂ ਉਹਨਾਂ ਦੀ ਰਿਪੋਰਟਾਂ ਸੀਗੀਆਂ ਕੋਰਟ ਵਿੱਚ ਸੀਲਬੰਦ ਸੀ। ਹੁਣ ਜਿਹੜੀ 4 ਰਿਪੋਰਟਾਂ ਇੱਕ ਸਰਕਾਰ ਨੂੰ ਕਿਹਾ ਕਿ ਇਹਨਾਂ ਦੇ ਦੇਖੋ, ਔਰ ਜਿਹੜੀ ਚਟੋਪਾਧਿਆਏ ਵਾਲੀ ਰਿਪੋਰਟ ਹੈ ਜਿਹਦੀ ਨਵਕਿਰਨ ਸਿੰਘ ਦੀ ਐਪਲੀਕੇਸ਼ਨ ਲਾਈ ਹੋਈ ਸੀ ਉਸ ਤੇ ਹਾਲੇ ਨੋਟਿਸ ਹੋਇਆ ਸਰਕਾਰ ਨੂੰ। ਅਗਲੀ ਜਿਹੜੀ ਤਰੀਕ ਹੈ ਸ਼ਾਇਦ ਉਹ ਰਿਪੋਰਟ ਵੀ ਖੋਲ੍ਹਣ, ਕਿਉਂਕਿ ਨਵਕਿਰਨ ਸਿੰਘ ਦਾ ਸਾਫ਼ ਕਹਿਣਾ ਹੈ ਕਿ ਪੁਲਿਸ ਔਰ ਡਰੱਗ ਸਮਗਲਰਾਂ ਦਾ ਜੇ ਨੈਕਸਸ ਹੈਗਾ, ਕਿਉਂਕਿ ਉਸ ਰਿਪੋਰਟ ਵਿੱਚ ਜੇ ਨੈਕਸਸ ਨਿਕਲਦਾ ਹੈ ਤਾਂ ਕਾਰਵਾਈ ਕੀਤੀ ਜਾਵੇ, ਜੇ ਨੈਕਸਸ ਨਹੀਂ ਨਿਕਲਦਾ ਰਿਪੋਰਟ ਬੰਦ ਕੀਤੀ ਜਾਵੇ। ਤਾਂ ਫਾਈਨਲੀ ਇਹ ਹੈ ਕਿ ਹੁਣ ਕੁਝ ਰਿਪੋਰਟਾਂ ਆਈਆਂ ਨੇ, ਸਰਕਾਰ ਕੋਲ ਜਾਣਗੀਆਂ, ਸਰਕਾਰ ਦੇਖੇ ਜੇ ਬਣਦੀ ਕਾਰਵਾਈ ਬਣਦੀ ਹੈ ਤਾਂ ਕਾਰਵਾਈ ਕੀਤੀ ਜਾਵੇ। ਜੀ ਕੋਈ ਟਾਈਮ ਬਾਉਂਡ ਹੈ ਇਸ ਦੇ ਵਿੱਚ ਉਮੇਸ਼? ਨਹੀਂ, ਟਾਈਮ ਬਾਉਂਡ ਗੌਰਵ, ਟਾਈਮ ਬਾਉਂਡ ਕੋਈ ਨਹੀਂ ਕਿਹਾ। ਫੋਟੋ ਕਾਪੀਆਂ ਜਿੱਦਾਂ ਜ਼ਿਕਰ ਕਰ ਰਹੇ ਸੀ, ਫੋਟੋ ਕਾਪੀਆਂ ਦੇ ਕੇ ਸੀਲਬੰਦੀ ਰਿਪੋਰਟ ਸਰਕਾਰ ਕੋਲ ਜਾਣੀ ਹੈ, ਉਹ ਸਰਕਾਰ ਦੇਖੇਗੀ। ਜਿੱਦਾਂ ਐਸਟੀਐਫ ਦੀ ਰਿਪੋਰਟ ਤੇ ਜਦੋਂ ਯਾਦ ਹੈ ਕਿ ਵਿਕਰਮ ਮਜੀਠੀਆ ਦੇ ਖਿਲਾਫ ਐਫਆਈਆਰ ਹੋਈ ਸੀ, ਤਾਂ ਉਦਾਂ ਹੀ ਜੇ ਸਰਕਾਰ ਨੂੰ ਲੱਗੇਗਾ ਕੋਈ ਹੈਗਾ ਤੇ ਉਹ ਆਪਣੀ ਬਣਦੀ ਕਾਰਵਾਈ ਕਰ ਸਕਦੀ ਹੈ। शुक्रिया, धन्यवाद साडे नाल जुड़न दे लई इस पूरी गलबात लई। तां तफसील दे विच जिस तरीके नाल उमेश दस रहे ने साडे सहयोगी कि हाई कोर्ट दे वल्लों रिपोर्ट्स नूं पढ़िया गया ते उस तो बाद नाल ही पंजाब सरकार नूं ताकीद कीती गई है कि तुसीं भी इन्हां रिपोर्ट्स नूं पढ़ो, देखो ते उस तो बाद इस रिपोर्ट दे उत्ते जो बनदी कार्रवाई है वो कीती जावे।
ਤਾਂ ਇੱਕ ਪਾਸੇ ਅਦਾਲਤ ਕਹਿ ਰਹੀ ਹੈ ਕਿ ਐਕਸ਼ਨ ਕਰੋ, ਦੂਜੇ ਪਾਸੇ ਸੀਆਈਏ ਸਟਾਫ ਦੇ ਵੱਲੋਂ ਐਕਸ਼ਨ ਕੀਤਾ ਗਿਆ ਲੁਧਿਆਣੇ ਦੇ ਵਿੱਚ। ਲੁਧਿਆਣਾ 'ਚ ਸੀਆਈਏ ਸਟਾਫ ਨੇ 2 ਨਸ਼ਾ ਤਸਕਰਾਂ ਤੋਂ ਵੱਡੀ ਮਾਤਰਾ ਦੇ ਵਿੱਚ ਅਸਲਾ ਅਤੇ ਡਰੱਗ ਮਨੀ ਬਰਾਮਦ ਕੀਤੀ। ਤੇ ਸੀਆਈਏ 2 ਦੀ ਟੀਮ ਨੇ ਗੁਪਤ ਸੂਚਨਾ ਦੇ ਆਧਾਰ ਦੇ ਉੱਤੇ ਇੱਕ ਤਸਕਰ ਨੂੰ ਹੈਰੋਇਨ ਸਣੇ ਕਾਬੂ ਕੀਤਾ, ਜਿਸ ਦੀ ਨਿਸ਼ਾਨਦੇਹੀ ਦੇ ਉੱਤੇ ਪੁਲਿਸ ਨੇ 4 ਪਿਸਤੌਲ ਬਰਾਮਦ ਕੀਤੇ ਅਤੇ ਇੱਕ ਹੋਰ ਤਸਕਰ ਨੂੰ ਵੀ ਕਾਬੂ ਕਰ ਲਿਆ। ਇੱਕ ਰੋਮੀ ਨਾਂ ਦਾ ਲੜਕਾ ਹੈ, ਅਮਨਦੀਪ ਉਰਫ ਰੋਮੀ। ਫਸਟ ਜਦੋਂ ਉਹ ਫੜਿਆ ਸੀ ਤਾਂ ਉਹਦੇ ਵਿੱਚੋਂ 20 ਗ੍ਰਾਮ ਉਹਦੇ ਤੋਂ ਜਿਹੜੀ ਹੈ ਡਰੱਗ, ਟੋਟਲ 4 ਵੈਪਨ ਤੇ 7,70,000 ਰੁਪਏ ਜਿਹੜੀ ਹੈ ਡਰੱਗ ਮਨੀ ਅਸੀਂ ਰਿਕਵਰ ਕਰਨ ਦੇ ਵਿੱਚ ਕਾਮਯਾਬ ਹੋਏ ਹਾਂ। ਪੁਲਿਸ ਨੇ ਇਹਨਾਂ ਤਸਕਰਾਂ ਦੇ ਕੋਲੋਂ 7,70,000 ਰੁਪਏ ਦੀ ਡਰੱਗ ਮਨੀ ਵੀ ਬਰਾਮਦ ਕੀਤੀ ਹੈ ਤੇ ਦੋਵਾਂ ਨੂੰ ਅਦਾਲਤ ਦੇ ਵਿੱਚ ਪੇਸ਼ ਕਰਕੇ ਰਿਮਾਂਡ ਦੇ ਉੱਤੇ ਲੈ ਲਿਆ ਗਿਆ। ਇਹਦੇ 'ਚ ਅਸੀਂ ਇਹ ਚੈੱਕ ਕਰਾਂਗੇ ਕਿ ਇਹ ਵੈਪਨ ਜਿਹੜੇ ਆ ਇਹ ਕਿਤੇ ਪਹਿਲਾਂ ਯੂਜ਼ ਤਾਂ ਨਹੀਂ ਹੋਏ, ਇਹ ਕਿੱਥੋਂ ਲੈ ਕੇ ਆਏ ਤੇ ਦੂਜਾ ਲਿਆ ਕੇ ਕਿਸੇ ਹੋਰ ਪਾਸੇ ਤਾਂ ਨਹੀਂ ਜਿਹੜੇ ਪਏ ਵੇ ਜਿਹੜੇ ਰਿਕਵਰ ਕਰਨਾ ਬਾਕੀ ਹੋਵੇ। ਪੁਲਿਸ ਨੂੰ ਇਹਨਾਂ ਤਸਕਰਾਂ ਤੋਂ ਡਰੱਗ ਅਸਲੇ ਸੰਬੰਧੀ ਹੋਰ ਵੱਡੇ ਖੁਲਾਸਿਆਂ ਦੀ ਉਮੀਦ ਹੈ। ਫਿਲਹਾਲ ਪੁਲਿਸ ਦੋਵਾਂ ਤੋਂ ਸਖਤੀ ਨਾਲ ਪੁੱਛਗਿੱਛ ਕਰ ਰਹੀ ਹੈ। ਤਾਂ ਪੁਲਿਸ ਐਕਸ਼ਨ ਕਰ ਰਹੀ ਹੈ। ਇੱਕ ਖਬਰ ਜਗਰਾਉਂ ਤੋਂ ਵੀ ਲਵਾਂਗੇ। ਜਗਰਾਉਂ ਦੇ ਵਿੱਚ ਵੀਰਵਾਰ ਰਾਤ ਹੋਏ ਐਨਕਾਊਂਟਰ ਦੇ ਮਾਮਲੇ ਦੇ ਵਿੱਚ ਗੈਂਗਸਟਰ ਮਨਪ੍ਰੀਤ ਮਨੀਲਾ ਦੀ ਇੱਕ ਕਥਿਤ ਆਡੀਓ ਸਾਹਮਣੇ ਆਈ ਹੈ। ਤੇ ਗੈਂਗਸਟਰ ਮਨਪ੍ਰੀਤ ਮਨੀਲਾ ਨੇ ਆਡੀਓ ਰਾਹੀਂ ਦਾਅਵਾ ਕੀਤਾ ਹੈ ਕਿ ਪੁਲਿਸ ਦੇ ਵੱਲੋਂ ਐਨਕਾਊਂਟਰ ਤੋਂ ਬਾਅਦ ਗ੍ਰਿਫਤਾਰ ਵਿਅਕਤੀ ਦੇ ਵੱਲੋਂ ਮੰਗੀ ਫਿਰੌਤੀ ਦੀ ਉਹਨਾਂ ਨੂੰ ਕੋਈ ਵੀ ਜਾਣਕਾਰੀ ਨਹੀਂ ਸੀ ਤੇ ਮੁਲਜ਼ਮਾਂ ਦਾ ਨਾਮ ਧੱਕੇ ਦੇ ਨਾਲ ਉਸ ਦੇ ਨਾਲ ਤੇ ਅੱਤਵਾਦੀ ਅਰਸ਼ ਡੱਲਾ ਦੇ ਨਾਲ ਜੋੜਿਆ ਜਾ ਰਿਹਾ ਹੈ। ਮਨਪ੍ਰੀਤ ਬੋਲਦਾ ਵੀਰ ਮਨੀਲਾ ਤੋਂ। ਤੇ ਵੀਰ ਇੱਕ ਗੱਲ ਕਰਨੀ, ਜਿਹੜੀ ਅੱਜ ਆ ਜਗਰਾਵੀਂ ਪੁਲਿਸ ਨੇ ਗੋਲੀ ਮਾਰੀ ਆ ਬੰਦੇ ਦੇ ਤੇ ਉਹਨੂੰ ਸਾਡੇ ਨਾਲ ਰਲਾਇਆ ਆ ਵੀ ਸਾਨੂੰ ਤਾਂ ਇਸ ਚੀਜ਼ ਦਾ ਪਤਾ ਹੀ ਨਹੀਂ ਸੀਗਾ ਵੀ ਫਰੋਤੀ ਮੰਗੀ ਆ। ਠੀਕ ਆ ਨਾ ਤਾਂ ਵੀਰ ਅਰਸ਼ ਨੂੰ ਇਸ ਚੀਜ਼ ਦਾ ਪਤਾ ਸੀ ਤੇ ਨਾ ਮੈਨੂੰ ਪਤਾ ਸੀਗਾ। ਠੀਕ ਆ ਗੈਂਗਸਟਰ ਮਨਪ੍ਰੀਤ ਦਾ ਦਾਅਵਾ ਹੈ ਕਿ ਪੁਲਿਸ ਨੇ ਜਿਸ ਵਿਅਕਤੀ ਨੂੰ ਗੋਲੀ ਮਾਰੀ ਉਹ ਗੈਂਗਸਟਰ ਹੈ ਹੀ ਨਹੀਂ ਤੇ ਪੁਲਿਸ ਨੇ ਗੈਂਗਸਟਰ ਦੱਸ ਕੇ ਇੱਕ ਆਮ ਸ਼ਖਸ ਨੂੰ ਨਿਸ਼ਾਨਾ ਬਣਾਇਆ। ਪਰ ਜਿਹੜਾ ਪੁਲਿਸ ਨੇ ਕੰਮ ਕੀਤਾ ਆ, ਪੁਲਿਸ ਨੇ ਉਹ ਨਜਾਇਜ਼ ਬੰਦੇ ਦੇ ਉਹਦੇ ਕੋਲੇ ਨਾ ਤਾਂ ਕੋਈ ਅਸਲਾ ਕੁਛ ਨਹੀਂ, ਉਹ ਤਾਂ ਮਾਤੜ ਬੰਦਾ, ਤੁਸੀਂ ਪਤਾ ਵੀ ਕਰ ਸਕਦੇ ਹੋ ਖਬਰਾਂ 'ਚ ਉਹਦਾ ਨਾਂ ਪਿੰਡ ਤਾਂ ਦੱਸਿਆ ਹੀ ਆ, ਤੁਸੀਂ ਕਿਤੋਂ ਵੀ ਪਤਾ ਕਰ ਸਕਦੇ ਹੋ। ਮਾਤੜ ਬੰਦਾ ਪੁਲਿਸ ਨੇ ਚੱਕ ਕੇ ਉਹਨੂੰ ਗੈਂਗਸਟਰ ਬਣਾ ਕੇ ਉਹਦੇ ਗੋਲੀ ਮਾਰਦੀ। ਠੀਕ ਆ ਵੀਰਵਾਰ ਨੂੰ ਜਗਰਾਉਂ ਦੇ ਵਿੱਚ ਪੁਲਿਸ ਤੇ 2 ਗੈਂਗਸਟਰਾਂ ਦੇ ਵਿਚਾਲੇ ਉਸ ਸਮੇਂ ਮੁੱਠਭੇੜ ਹੋਈ ਸੀ ਜਦੋਂ ਗੈਂਗਸਟਰ ਇੱਕ ਕਾਰੋਬਾਰੀ ਤੋਂ ਲੱਖਾਂ ਰੁਪਏ ਦੀ ਰੰਗਦਾਰੀ ਲੈਣ ਆਏ ਸਨ। ਐਨਕਾਊਂਟਰ ਦੇ ਦੌਰਾਨ ਇੱਕ ਗੈਂਗਸਟਰ ਨੂੰ ਕਾਬੂ ਕਰ ਲਿਆ ਗਿਆ ਸੀ ਜਦਕਿ ਦੂਜਾ ਭੱਜਣ ਦੇ ਵਿੱਚ ਕਾਮਯਾਬ ਰਿਹਾ ਸੀ। ਤਾਂ ਇੱਕ ਪਾਸੇ ਪੁਲਿਸ ਦਾ ਐਕਸ਼ਨ ਹੈ ਤੇ ਦੂਜੇ ਪਾਸੇ ਕਥਿਤ ਆਡੀਓ। ਉਧਰ ਗੈਂਗਸਟਰ ਮਨਪ੍ਰੀਤ ਮਨੀਲਾ ਦੇ ਦਾਅਵਿਆਂ ਦੇ ਵਿਚਾਲੇ ਹੁਣ ਲੁਧਿਆਣਾ ਪੁਲਿਸ ਨੇ ਵੱਡੇ ਖੁਲਾਸੇ ਵੀ ਕੀਤੇ। ਤੇ ਲੁਧਿਆਣਾ ਰੇਂਜ ਦੇ ਆਈਜੀ ਦੇ ਮੁਤਾਬਕ ਇਸ ਪੂਰੇ ਮਾਮਲੇ ਦਾ ਮਾਸਟਰਮਾਈਂਡ ਅੱਤਵਾਦੀ ਅਰਸ਼ ਡਾਲਾ ਹੈ ਅਤੇ ਉਸ ਦੇ ਕਹਿਣ ਦੇ ਉੱਤੇ ਹੀ ਦੋਵੇਂ ਗੈਂਗਸਟਰ ਜਗਰਾਉਂ ਦੇ ਵਪਾਰੀ ਤੋਂ ਫਿਰੌਤੀ ਲੈਣ ਪਹੁੰਚੇ ਸਨ। ਜਿਹੜਾ ਇੱਕ ਬੰਦਾ ਸੀ ਜੱਗਾ ਕਰਕੇ, ਉਹਨੂੰ ਜਿਹੜਾ ਹੈ ਪੈਰ ਦੇ ਵਿੱਚ ਗੋਲੀ ਲੱਗੀ। ਦੂਸਰਾ ਬੰਦਾ ਜਿਹੜਾ ਮੋਟਰਸਾਈਕਲ ਲੈ ਕਰਕੇ ਔਰ ਉਹ ਉੱਥੋਂ ਭਾਗਨੇ ਭੱਜਣ ਵਿੱਚ ਕਾਮਯਾਬ ਹੋ ਗਏ। ਇਹ ਬੰਦੇ ਜਿਹੜੇ ਗੈਂਗਸਟਰ ਜੋ ਅਰਸ਼ ਡਾਲਾ ਹੈ ਔਰ ਡੈਜ਼ਿਗਨੇਟਿਡ ਟੈਰਰਿਸਟ ਹੈ ਉਹਦੇ ਬੰਦੇ हैं ਜਿਹੜੇ ਕਿ ਰੈਂਸਮ ਕਲੈਕਟ ਕਰਨ ਆਏ। ਪੁਲਿਸ ਨੇ ਹੁਣ ਮਾਮਲੇ 'ਚ ਅਰਸ਼ ਡਾਲਾ ਸਣੇ ਮੁਲਜ਼ਮਾਂ ਦੇ ਖਿਲਾਫ ਆਰਮਜ਼ ਐਕਟ ਦੇ ਤਹਿਤ ਮਾਮਲਾ ਦਰਜ ਕਰ ਲਿਆ ਤੇ ਫਰਾਰ ਗੈਂਗਸਟਰ ਦੀ ਭਾਲ ਕੀਤੀ ਜਾ ਰਹੀ ਹੈ। ਜਿਹੜੀ ਐਕਸਟੋਰਸ਼ਨ ਕਾਲਸ ਹੈ ਉਹਨਾਂ ਨੂੰ ਟੋਲਰੇਟ ਨਹੀਂ ਕੀਤਾ ਜਾਣਾ ਹੈ, ਪ੍ਰੋਪਰਲੀ ਇਨਵੈਸਟੀਗੇਟ ਕੀਤਾ ਜਾਣਾ ਔਰ ਜਿਹੜੇ ਕਲਪ੍ਰਿਟਸ ਉਹਨਾਂ ਨੂੰ ਜਿਹੜਾ ਹੈ ਵੀ ਵਿਲ ਅਰੈਸਟ them, ਜਿਹੜੇ ਇਹਦੇ ਨਾਲ ਐਸੋਸੀਏਸ਼ਨ ਰੱਖਦੇ ਹੈ ਉਹਨਾਂ ਸਾਰਿਆਂ ਨੂੰ ਅਰੈਸਟ ਕੀਤਾ ਜਾਵੇ ਕਿਉਂਕਿ ਹੁਣ ਇਹ ਡੈਜ਼ਿਗਨੇਟਿਡ ਟੈਰਰਿਸਟ। ਜਗਰਾਉਂ ਦੇ ਪਿੰਡ ਕੌਂਕੇ ਦੇ ਨੇੜੇ ਪੁਲਿਸ ਨੇ ਜਾਲ ਵਿਛਾ ਕੇ ਗੈਂਗਸਟਰ ਜੱਗਾ ਨੂੰ ਕਾਬੂ ਕਰ ਲਿਆ ਸੀ, ਜਿਸ ਤੋਂ ਬਾਅਦ ਗੈਂਗਸਟਰ ਮਨਪ੍ਰੀਤ ਮਨੀਲਾ ਨੇ ਆਡੀਓ ਦੇ ਜ਼ਰੀਏ ਮਾਮਲੇ ਦਾ ਸਬੰਧ ਅਰਸ਼ ਡਾਲਾ ਜਾਂ ਖੁਦ ਦੇ ਨਾਲ ਹੋਣ ਤੋਂ ਇਨਕਾਰ ਵੀ ਕੀਤਾ ਹੈ। ਖੈਰ ਪੁਲਿਸ ਸ਼ਿਕੰਜਾ ਕੱਸ ਰਹੀ ਹੈ ਤੇ ਇਸ ਵਿਚਾਲੇ ਜਦੋਂ ਇੱਕ ਕਥਿਤ ਗੈਂਗਸਟਰ ਨੂੰ ਆ ਕੇ ਆਪਣੀ ਆਡੀਓ ਰਿਲੀਜ਼ ਕਰਕੇ ਕਹਿਣਾ ਪਵੇ ਕਿ ਨਹੀਂ ਮੈਂ ਨਹੀਂ ਇਹ ਕੀਤਾ, ਫਿਰ ਫਰਕ ਤਾਂ ਪੈਂਦਾ ਹੈ। ਅਗਲੀ ਖਬਰ ਹੈ ਰਾਹੁਲ ਗਾਂਧੀ ਦੇ ਨਾਲ ਜੁੜੀ ਹੋਈ। ਰਾਹੁਲ ਗਾਂਧੀ ਦੀ ਸੁਰੱਖਿਆ ਦੇ ਵਿੱਚ ਕੁਤਾਹੀ ਦੇ ਇਲਜ਼ਾਮ ਖੁਦ ਰਾਹੁਲ ਗਾਂਧੀ ਦੇ ਵੱਲੋਂ ਲਗਾਏ ਗਏ। ਉਸ ਦੇ ਉੱਤੇ ਜੰਮੂ ਕਸ਼ਮੀਰ ਪੁਲਿਸ ਦਾ ਇੱਕ ਬਿਆਨ ਸਾਹਮਣੇ ਆਇਆ ਜਿਸ ਦੇ ਵਿੱਚ ਉਹਨਾਂ ਨੇ ਕਿਹਾ ਕਿ ਸੁਰੱਖਿਆ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਲਾਪਰਵਾਹੀ ਨਹੀਂ ਹੋਈ ਹੈ। ਰਾਹੁਲ ਗਾਂਧੀ ਨੂੰ ਪੂਰੀ ਸੁਰੱਖਿਆ ਦਿੱਤੀ ਗਈ ਸੀ। ਇਹ J&K ਪੁਲਿਸ ਦਾ ਬਿਆਨ ਸਾਹਮਣੇ ਆਇਆ। ਸੁਰੱਖਿਆ ਨੂੰ ਲੈ ਕੇ ਰਾਹੁਲ ਗਾਂਧੀ ਦੇ ਵੱਲੋਂ ਸਵਾਲ ਚੁੱਕੇ ਗਏ ਸਨ। ਜੰਮੂ ਕਸ਼ਮੀਰ ਦੇ ਵਿੱਚ ਭਾਰਤ ਜੋੜੋ ਯਾਤਰਾ ਰੁਕੀ ਰਹੀ ਸੀ। ਸੁਰੱਖਿਆ ਨਾ ਮਿਲਣ ਦੀ ਵਜ੍ਹਾ ਦੇ ਨਾਲ ਯਾਤਰਾ ਨੂੰ ਰੋਕਿਆ ਗਿਆ ਸੀ। ਇਹ ਰਾਹੁਲ ਗਾਂਧੀ ਦੇ ਵੱਲੋਂ ਕਿਹਾ ਗਿਆ। ਪੁਲਿਸ ਦੇ ਸੁਰੱਖਿਆ ਇੰਤਜ਼ਾਮ ਠੀਕ ਨਹੀਂ ਸਨ, ਭੀੜ ਨੂੰ ਕਾਬੂ ਦੇ ਵਿੱਚ ਰੱਖਣ ਦੇ ਵੀ ਇੰਤਜ਼ਾਮ ਨਹੀਂ ਸੀ। ਇਹ ਵੀ ਰਾਹੁਲ ਗਾਂਧੀ ਦੇ ਵੱਲੋਂ ਇਲਜ਼ਾਮ ਲਗਾਏ ਗਏ ਸਨ ਤੇ ਉਸ ਦੇ ਉੱਤੇ ਹੁਣ J&K ਪੁਲਿਸ ਦੇ ਵੱਲੋਂ ਜੰਮੂ ਕਸ਼ਮੀਰ ਪੁਲਿਸ ਦੇ ਵੱਲੋਂ ਸਾਫ਼ ਕਰ ਦਿੱਤਾ ਗਿਆ ਕਿ ਸੁਰੱਖਿਆ ਦੇ ਵਿੱਚ ਕੋਈ ਕੁਤਾਹੀ ਨਹੀਂ ਵਰਤੀ ਗਈ ਹੈ। Unfortunately,
the police arrangement completely collapsed, and the police people who were supposed to manage the crowd and hold the rope were nowhere to be seen. So my security people were very uncomfortable with me walking further on the yatra, so we had to I had to cancel my walk. The other yatris, of course, ਤਾਂ ਰਾਹੁਲ ਗਾਂਧੀ ਹੋਰਾਂ ਦੇ ਵੱਲੋਂ ਸਟੇਟਮੈਂਟ ਦਿੱਤੀ ਗਈ, ਜਿਸ ਦੇ ਉੱਤੇ ਜਵਾਬ ਜੰਮੂ ਕਸ਼ਮੀਰ ਪੁਲਿਸ ਦੇ ਵੱਲੋਂ ਦਿੱਤਾ ਗਿਆ। ਕਾਬਿਲੇ ਗੌਰ ਹੈ ਕਿ ਭਾਰਤ ਜੋੜੋ ਯਾਤਰਾ ਰਾਹੁਲ ਗਾਂਧੀ ਦੇ ਵੱਲੋਂ ਕੱਢੀ ਜਾ ਰਹੀ ਹੈ, ਆਪਣੇ ਆਖਰੀ ਪੜਾਅ ਦੇ ਵਿੱਚ ਹੈ, ਜੰਮੂ ਕਸ਼ਮੀਰ ਪਹੁੰਚੀ ਹੋਈ ਹੈ। ਕੰਨਿਆ ਕੁਮਾਰੀ ਤੋਂ ਸਤੰਬਰ ਦੇ ਮਹੀਨੇ ਦੇ ਵਿੱਚ ਸ਼ੁਰੂ ਹੋਈ ਸੀ। ਅਗਲੀ ਖਬਰ ਦਾ ਰੁਖ ਕਰਦੇ ਹਾਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦਿੱਲੀ ਦੇ ਤਾਲਕਟੋਰਾ ਸਟੇਡੀਅਮ ਦੇ ਵਿੱਚ ਸਟੂਡੈਂਟਸ ਦੇ ਨਾਲ ਪ੍ਰੀਖਿਆ ਪੇ ਚਰਚਾ ਪ੍ਰੋਗਰਾਮ ਦੇ ਵਿੱਚ ਗੱਲਬਾਤ ਕੀਤੀ। 2 ਘੰਟੇ ਤੱਕ ਚੱਲੇ ਇਸ ਪ੍ਰੋਗਰਾਮ ਦੇ ਵਿੱਚ ਪ੍ਰਧਾਨ ਮੰਤਰੀ ਨੇ ਪ੍ਰੀਖਿਆ ਅਤੇ ਜ਼ਿੰਦਗੀ ਦੇ ਵਿੱਚ ਤਣਾਅ ਤੇ ਬੱਚਿਆਂ ਨਾਲ ਸਵਾਲ ਜਵਾਬ ਕੀਤੇ। ਪ੍ਰਧਾਨ ਮੰਤਰੀ ਨੇ ਐਗਜ਼ਾਮ ਦੇ ਵਿੱਚ ਪਰਿਵਾਰ ਦੀ ਨਿਰਾਸ਼ਾ ਤੋਂ ਕਿਵੇਂ ਨਜਿੱਠਣ ਦੇ ਉੱਤੇ ਵਿਦਿਆਰਥੀਆਂ ਨੂੰ ਕੁਝ ਟਿਪਸ ਵੀ ਦਿੱਤੇ। ਪ੍ਰਧਾਨ ਮੰਤਰੀ ਨੇ ਘਰ ਦੇ ਵਿੱਚ ਮਾਂ ਦੀ ਮੈਨੇਜਮੈਂਟ, ਕ੍ਰਿਕਟ ਦੀ ਗੁਗਲੀ, ਪਤੰਗ ਦੀ ਡੋਰ, ਪਾਰਲੀਮੈਂਟ ਦੇ ਵਿੱਚ ਐਮਪੀਜ਼ ਦੀ ਨੋਕ-ਝੋਕ ਵਰਗੇ ਉਦਾਹਰਨ ਦੇ ਕੇ ਬੱਚਿਆਂ ਨੂੰ ਸਮਝਾਇਆ। टाइम मैनेजमेंट के प्रति हमें जागरूक रहना चाहिए। काम करने की कभी थकान नहीं होती है जी, काम करने से संतोष होता है। करना शुरू करें। अपनी माँ के काम को ऑब्जर्व किया है क्या कि माँ का टाइम मैनेजमेंट कितना बढ़िया है, यानी इतना परफेक्ट टाइम मैनेजमेंट माँ का होता है। अगर माँ की गतिविधि को ढंग से ऑब्जर्व करोगे, अपना टाइम मैनेजमेंट का महत्व क्या होता है, और जरूर आपको लाभ होगा। ਪ੍ਰੀਖਿਆ ਦੇ ਉੱਤੇ ਚਰਚਾ ਪ੍ਰੋਗਰਾਮ ਦਾ ਇਹ 6ਵਾਂ ਐਡੀਸ਼ਨ ਹੈ। ਇਸ ਪ੍ਰੋਗਰਾਮ ਦੇ ਲਈ 20 ਲੱਖ ਤੋਂ ਜ਼ਿਆਦਾ ਸਵਾਲ ਮਿਲੇ ਸਨ। ਤਾਂ ਪ੍ਰੀਖਿਆ 'ਤੇ ਚਰਚਾ ਕੀਤੀ ਗਈ ਹੈ ਪ੍ਰਧਾਨ ਮੰਤਰੀ ਦੇ ਵੱਲੋਂ, ਤਾਂ ਕਿ ਬੱਚਿਆਂ ਨੂੰ ਉਤਸ਼ਾਹਿਤ ਕੀਤਾ ਜਾ ਸਕੇ ਔਰ ਜਿਹੜਾ ਬੋਝ ਇੱਕ ਵਾਰੀ ਕਈ ਵਾਰ ਉਹਨਾਂ ਨੂੰ ਲੱਗਦਾ ਹੈ ਖਾਸ ਤੌਰ ਤੇ ਐਗਜ਼ਾਮ ਨੂੰ ਲੈ ਕੇ, ਉਸ ਨੂੰ ਘੱਟ ਕਰਨ ਦੇ ਵੀ ਟਿਪਸ ਦਿੱਤੇ ਗਏ ਨੇ। ਅਗਲੀ ਖਬਰ ਦਾ ਰੁਖ ਕਰਦੇ ਹਾਂ। ਸਮਾਣਾ ਦੇ ਵਿੱਚ ਪਟਿਆਲਾ ਰੋਡ ਦੇ ਉੱਤੇ ਬਣੇ ਟੋਲ ਪਲਾਜ਼ਾ ਨੂੰ ਹੁਣ ਟੋਲ ਮੁਲਾਜ਼ਮਾਂ ਨੇ ਹੀ ਟੋਲ ਮੁਕਤ ਕਰਵਾ ਦਿੱਤਾ। ਤੇ ਟੋਲ ਮੁਲਾਜ਼ਮ ਕਿਸਾਨ ਅੰਦੋਲਨ ਦੇ ਦੌਰਾਨ ਕੰਪਨੀ ਦੇ ਵੱਲੋਂ ਬਕਾਇਆ ਰਹਿੰਦੀਆਂ ਆਪਣੀਆਂ ਤਨਖਾਹਾਂ ਦੀ ਮੰਗ ਕਰ ਰਹੇ ਨੇ, ਜਿਸ ਨੂੰ ਲੈ ਕੇ ਮੁਲਾਜ਼ਮਾਂ ਨੇ ਟੋਲ ਪਲਾਜ਼ਾ ਵਰਕਰ ਯੂਨੀਅਨ ਪੰਜਾਬ ਦੇ ਬੈਨਰ ਹੇਠ ਰੋਸ ਪ੍ਰਦਰਸ਼ਨ ਕੀਤਾ। ਵਰਕਰਾਂ ਦੀ ਹੜਤਾਲ ਕਾਰਨ ਟੋਲ ਪਲਾਜ਼ਾ ਤੋਂ ਬਿਨਾਂ ਪਰਚੀ ਦੇ ਹੀ ਵਾਹਨ ਗੁਜ਼ਰਦੇ ਰਹੇ। ਹਾਲਾਂਕਿ ਟੋਲ ਮੈਨੇਜਰ ਦੇ ਮੁਤਾਬਕ ਵਰਕਰਾਂ ਦੀਆਂ ਤਨਖਾਹਾਂ ਤੇ ਬਕਾਏ ਪਹਿਲਾਂ ਹੀ ਉਹਨਾਂ ਨੂੰ ਦੇ ਦਿੱਤੇ ਗਏ ਨੇ। ਉਸ ਟਾਈਮ ਐਗਰੀਮੈਂਟ ਹੋਏ ਹੀ ਇਹਨਾਂ ਨੇ ਜੀ 45% 55% ਜੋ ਵੀ ਸੈਲਰੀ ਦਾ, ਉਸ ਹਿਸਾਬ ਨਾਲ ਕੰਪਨੀ ਨੇ ਸਾਰੀ ਮੰਗ ਇਹਨਾਂ ਦੀ ਪੂਰੀ ਕਰ ਚੁੱਕੀ ਹੈ। ਬਾਕੀ 715 ਵਾਲਾ ਹੈ ਉਹਨਾਂ ਦੇ ਅਕਾਊਂਟ 'ਤੇ 31 ਨੂੰ ਕੰਪਨੀ ਬੋਲਦੀ ਵੀ ਆ ਜਾਣਗੇ। ਕੰਪਨੀ को कोई पैसा नहीं, उल्टा सैलरी भी दे रही है कंपनी जी, सारे खर्चे मेंटेनेंस वगैरह वो कंपनी दे हो रहे हैं। ਕਿਸਾਨ ਅੰਦੋਲਨ ਦੇ ਦੌਰਾਨ ਕਰੀਬ 1 ਸਾਲ ਤੱਕ ਪੰਜਾਬ ਭਰ ਦੇ ਟੋਲ ਪਲਾਜ਼ਿਆਂ ਨੂੰ ਕਿਸਾਨਾਂ ਵੱਲੋਂ ਮੁਕਤ ਕਰਵਾ ਦਿੱਤਾ ਗਿਆ ਸੀ, ਜਿਸ ਕਾਰਨ ਕੰਪਨੀਆਂ ਦੇ ਵੱਲੋਂ ਕੰਮ ਨਾ ਹੋਣ ਦੀ ਸੂਰਤ ਦੇ ਵਿੱਚ ਕਈ ਥਾਵਾਂ ਤੋਂ ਵਰਕਰਾਂ ਦੀਆਂ ਤਨਖਾਹਾਂ ਰੋਕਣ ਦੀਆਂ ਖਬਰਾਂ ਵੀ ਆਈਆਂ ਸਨ। ਖੈਰ, ਜਦੋਂ ਪ੍ਰਦਰਸ਼ਨ ਹੋਵੇ, ਕਿਉਂਕਿ ਟੋਲ ਫ੍ਰੀ ਹੁਣ ਤੱਕ ਕਿਸਾਨਾਂ ਦੇ ਵੱਲੋਂ ਕਰਵਾਏ ਗਏ, ਪਰ ਹੁਣ ਟੋਲ ਮੁਲਾਜ਼ਮਾਂ ਨੇ ਹੀ ਪ੍ਰਦਰਸ਼ਨ ਕੀਤਾ ਤੇ ਟੋਲ ਫ੍ਰੀ ਕਰਵਾ ਦਿੱਤੇ। ਖੈਰ, ਜਦੋਂ ਟੋਲ ਦੇ ਮੁਲਾਜ਼ਮਾਂ ਵੱਲੋਂ ਟੋਲ ਫ੍ਰੀ ਕਰਵਾਇਆ ਜਾਵੇ ਤੇ ਅਧਿਕਾਰੀਆਂ ਦੇ ਲਈ ਵੱਡੀ ਸਮੱਸਿਆ ਖੜੀ ਹੋ ਜਾਵੇ, ਫਿਰ ਫਰਕ ਤਾਂ ਪੈਂਦਾ ਹੈ। ਅੱਗੇ ਵਧਦੇ ਹਾਂ ਤੇ ਇਸ ਸਮੇਂ ਇੱਕ ਵੱਡੀ ਖਬਰ ਆ ਰਹੀ ਹੈ, ਉਸ ਦਾ ਰੁਖ ਕਰਦੇ ਹਾਂ। ਪੰਜਾਬ ਪੁਲਿਸ ਨੇ ਲਾਰੈਂਸ ਦਾ ਇੱਕ ਗੁਰਗਾ ਫੜਿਆ। ਗੈਂਗਸਟਰ ਲਾਰੈਂਸ ਬਿਸ਼ਨੋਈ ਦਾ ਇੱਕ ਗੁਰਗਾ ਕਾਬੂ ਕੀਤਾ ਗਿਆ ਹੈ। ਨਾਮ ਹੈ ਰਾਜਵੀਰ ਉਰਫ ਰਵੀ ਰਾਜਗੜ੍ਹ। ਰਾਜਵੀਰ ਉਰਫ ਰਵੀ ਰਾਜਗੜ੍ਹ ਨੂੰ ਗ੍ਰਿਫਤਾਰ ਕੀਤਾ ਗਿਆ। ਮੂਸੇਵਾਲਾ ਕੇਸ ਦੇ ਵਿੱਚ ਰਵੀ ਦਾ ਨਾਮ ਵੀ ਸਾਹਮਣੇ ਆਇਆ ਸੀ। ਰਾਜਵੀਰ ਉਰਫ ਰਵੀ ਦੇ ਉੱਤੇ 10 FIR ਦਰਜ ਨੇ, 10 ਪਰਚੇ ਦਰਜ ਨੇ। ਰਾਜਵੀਰ ਉਰਫ ਰਵੀ ਦੇ ਉੱਤੇ ਲਾਰੈਂਸ ਦੇ ਨਾਲ ਸਿੱਧੇ ਸੰਬੰਧ ਇਸ ਦੇ ਦੱਸੇ ਜਾਂਦੇ ਨੇ, ਜੋ ਹੁਣ ਪੁਲਿਸ ਦੇ ਸ਼ਿਕੰਜੇ ਦੇ ਵਿੱਚ ਹੈ, ਜਿਸ ਨੂੰ ਗ੍ਰਿਫਤਾਰ ਕੀਤਾ ਗਿਆ। ਰਾਜਵੀਰ ਉਰਫ ਰਵੀ ਰਾਜਗੜ੍ਹ, ਜਿਸ ਦੇ ਨਾਮ ਰਵੀ ਰਾਜਗੜ੍ਹ ਦੇ ਨਾਮ ਦੇ ਨਾਲ ਇਹ ਗੁਰਗਾ ਜਾਣਿਆ ਜਾਂਦਾ। 10 ਪਰਚੇ ਇਸ ਦੇ ਉੱਤੇ ਆਲਰੇਡੀ ਦਰਜ ਨੇ। ਪੁਲਿਸ ਨੂੰ ਭਾਲ ਸੀ ਤੇ ਹੁਣ ਉਸ ਨੂੰ ਕਾਬੂ ਕਰ ਲਿਆ ਗਿਆ। ਕਾਬਿਲੇ ਗੌਰ ਵੀ ਹੈ ਕਿ ਸਿੱਧੂ ਮੂਸੇਵਾਲਾ ਦੇ ਕਤਲकांड ਦੇ ਕੇਸ ਦੇ ਵਿੱਚ ਵੀ ਰਵੀ ਰਾਜਗੜ੍ਹ ਦਾ ਨਾਮ ਸਾਹਮਣੇ ਆਇਆ। ਮਨੋਜ ਰਾਠੀ ਸਾਡੇ ਸਹਿਯੋਗੀ ਇਸ ਸਮੇਂ ਫੋਨ ਲਾਈਨ ਤੇ ਸਾਡੇ ਨਾਲ ਨੇ। ਮਨੋਜ, ਕੀ ਕੁਝ ਤੁਹਾਡੀ ਜਾਣਕਾਰੀ, ਕਿੱਥੋਂ ਰਵੀ ਰਾਜਗੜ੍ਹ ਕਾਬੂ ਕੀਤਾ ਗਿਆ? ਦੇਖੋ ਗੌਰਵ, ਇਹ ਵੱਡੀ ਕਹਿ ਸਕਦੇ ਹਾਂ ਕਿ ਵੱਡੀ ਜਿਹੜੀ ਅਚੀਵਮੈਂਟ ਹੈ ਐਂਟੀ ਗੈਂਗਸਟਰ ਟਾਸਕ ਫੋਰਸ ਦੀ। ਸਭ ਤੋਂ ਪਹਿਲਾਂ ਥੋੜੀ ਜਾਣਕਾਰੀ ਦੇ ਦਈਏ ਕਿ ਰਵੀ ਰਾਜਗੜ੍ਹ ਹੈ ਕੌਣ। ਰਵੀ ਰਾਜਗੜ੍ਹ ਜਿਹੜਾ ਹੈਗਾ ਇੱਕ ਲਾਰੈਂਸ ਬਿਸ਼ਨੋਈ ਦਾ ਬਹੁਤ ਖਾਸ ਐਸੋਸੀਏਟ ਦੱਸਿਆ ਜਾਂਦਾ ਹੈ ਕਿ ਇਹ ਕਈ ਚੀਜ਼ਾਂ
ਜਿਹੜੀ ਲਾਰੈਂਸ ਗੈਂਗ ਨੂੰ ਲੌਜਿਸਟਿਕ ਚੀਜ਼ਾਂ ਮੁਹੱਈਆ ਕਰਾਉਂਦਾ, ਕਈ ਚੀਜ਼ਾਂ। ਹਾਲਾਂਕਿ ਸਿੱਧੂ ਮੂਸੇਵਾਲਾ ਕੇਸ 'ਚ ਵੀ ਜਿਹੜਾ ਹੈਗਾ ਇਹਦਾ ਵਿੱਚ ਨਾਂ ਸਾਹਮਣੇ ਆਇਆ ਸੀਗਾ, ਇਹਦੇ ਤੇ ਐਲੀਗੇਸ਼ਨ ਸੀਗੇ, ਇਲਜ਼ਾਮ ਸੀਗੇ ਕਿ ਇਹਨੇ ਵੀ ਕਈ ਚੀਜ਼ਾਂ ਮੁਹੱਈਆ ਕਰਾਈਆਂ ਔਰ ਉਸ ਤੋਂ ਬਾਅਦ ਤੋਂ ਹੀ ਲਗਾਤਾਰ ਪੁਲਿਸ ਇਹਦੀ ਭਾਲ ਕਰ ਰਹੀ ਸੀ। ਹਾਲਾਂਕਿ ਹੁਣ ਤੱਕ ਦੀ ਜਿਹੜੀ ਪੁਲਿਸ ਨੇ ਜਾਣਕਾਰੀ ਦਿੱਤੀ ਹੈ ਕਿ ਜਿਹਦੇ ਵਿੱਚ 10 ਤੋਂ ਵੀ ਵੱਧ ਜਿਹੜੇ FIRs ਨੇ, ਫਿਰੌਤੀ ਦੀ ਅਸੀਂ ਗੱਲ ਕਰ ਲਈਏ, 307 ਦੀ ਅਸੀਂ ਗੱਲ ਕਰ ਲਈਏ, ਮਰਡਰ ਦੀ ਅਸੀਂ ਗੱਲ ਕਰੀਏ, ਇਹਦੇ ਤੇ ਮਾਮਲੇ ਦਰਜ ਨੇ ਪੰਜਾਬ 'ਚ। ਔਰ ਇਹ ਲਗਾਤਾਰ ਜਿਹੜਾ ਹੈਗਾ ਲੋੜੀਂਦਾ ਸੀਗਾ ਪੁਲਿਸ ਨੂੰ, ਤੇ ਹੁਣ ਐਂਟੀ ਗੈਂਗਸਟਰ ਟਾਸਕ ਫੋਰਸ ਨੇ ਇਹਨੂੰ ਅਰੈਸਟ ਕੀਤਾ ਹੈ। ਹਾਲਾਂਕਿ ਹਜੇ ਤੱਕ ਪੁਲਿਸ ਵੱਲੋਂ ਜਾਣਕਾਰੀ ਨਹੀਂ ਦਿੱਤੀ ਗਈ ਹੈ ਕਿ ਥੋੜੀ ਦੇਰ ਤੱਕ ਕਲੀਅਰ ਹੋਏਗਾ ਕਿ ਇੱਥੋਂ ਗ੍ਰਿਫਤਾਰ ਕੀਤਾ ਹੈ, ਕਿ DGP ਵੱਲੋਂ ਜਿਹੜੀ ਜਾਣਕਾਰੀ ਹੁਣ ਤੱਕ ਆ ਰਹੀ ਹੈ ਉਹ ਕਰਕੇ ਜਾਣਕਾਰੀ ਦਿੱਤੀ ਗਈ ਹੈ। ਸ਼ੁਕਰੀਆ ਮਨੋਜ, ਧੰਨਵਾਦ ਸਾਡੇ ਨਾਲ ਜੁੜਨ ਦੇ ਲਈ, ਇਸ ਪੂਰੀ ਗੱਲਬਾਤ ਦੇ ਲਈ। ਤਾਂ ਇੱਕ ਵੱਡੀ ਕਾਮਯਾਬੀ ਪੁਲਿਸ ਇਸ ਨੂੰ ਜ਼ਰੂਰ ਦੇਖ ਰਹੀ ਹੈ, ਰਵੀ ਰਾਜਗੜ੍ਹ ਦਾ ਗ੍ਰਿਫਤਾਰ ਹੋਣਾ, ਕਿਉਂਕਿ ਸਿੱਧੂ ਮੂਸੇਵਾਲਾ ਕੇਸ ਦੇ ਵਿੱਚ ਵੀ ਇਸ ਦਾ ਨਾਮ ਸਾਹਮਣੇ ਆਇਆ ਸੀ। ਫਰਕ ਤਾਂ ਪੈਂਦਾ ਦੇ ਵਿੱਚ ਵੇਲਾ ਹੋ ਚਲਿਆ ਤੁਹਾਡੇ ਤੋਂ ਇਜਾਜ਼ਤ ਲੈਣ ਦਾ। ਰਾਤ 9 ਵਜੇ ਮੁੜ ਤੋਂ ਮੁਲਾਕਾਤ ਹੋਵੇਗੀ। ਫਿਲਹਾਲ ਦੇ ਲਈ ਮੈਨੂੰ ਇਜਾਜ਼ਤ ਦਿਓ। ਤੁਸੀਂ ਜੁੜੇ ਰਹੋ ਨਿਊਜ਼ 18 ਪੰਜਾਬ ਹਰਿਆਣਾ ਦੇ ਨਾਲ।